ਜਿਹੜੇ ਧਰਨੇ ਤੇ ਲੱਖਾਂ ਦੀ ਗਿਣਤੀ 'ਚ ਇਕੱਠ ਸੀ ਤੇ ਅੱਜ ਉੱਥੇ ਗਿਣਤੀ ਹਜ਼ਾਰਾਂ ਦੀ ਰਹਿ ਗਈ। ਤੇ ਇੱਕ ਆਉਣ ਵਾਲੇ 3 ਮਹੀਨੇ ਵੀ ਲੰਘੇ, ਜੇ ਅੱਜ 20,000 ਬੰਦਾ ਬੈਠਾ ਤਾਂ 10,000 ਰਹਿ ਜਾਊਗਾ। ਮੈਂ ਇਸ ਗੱਲ ਦੀ ਗਾਰੰਟੀ ਲੈਣਾ ਕਿ ਕੋਈ ਵੀ ਜਥੇਬੰਦੀ ਸਾਨੂੰ ਦਿੱਲੀ ਲੈ ਕੇ ਨਹੀਂ ਗਈ ਸੀ। ਦਿੱਲੀ ਜਥੇਬੰਦੀਆਂ ਪਿੱਛੋਂ ਪਹੁੰਚੀਆਂ ਸੀ ਤੇ ਪਹਿਲਾਂ ਨੌਜਵਾਨੀ ਨੇ ਬੈਰੀਗੇਡ ਪੱਟ ਕੇ ਸ਼ੰਭੂ ਮੋਰਚੇ ਤੋਂ ਅਸੀਂ ਉਸ ਗੱਲ ਦੀ ਗਵਾਹੀ ਭਰਦੇ ਹਾਂ। ਅਸੀਂ ਆਪ ਉੱਥੇ ਗਏ ਸੀ, ਜਥੇਬੰਦੀਆਂ ਵਾਲੇ ਵੱਧ ਚੁੱਕੇ ਸੀ। ਉਹ ਇੱਥੇ ਪੰਜਾਬ 'ਚ ਆਪਦੀ RSS ਦੀ ਸੈਨਾ ਜਾਂ BJP ਦਾ ਦਲ ਉਹ ਖੜਾ ਕਰਕੇ ਕਹਿ ਦੇਣਗੇ ਕਿ ਇਹ ਕਿਸਾਨ ਨੇ, ਪਰ ਉਹ ਸਾਰੇ ਨਕਲੀ ਕਿਸਾਨ ਨੇ। ਸਾਡੇ ਹੀ ਪਿੰਡਾਂ 'ਚ ਭੈਣ ਭਰਾ ਸੀ ਜਿਹੜੇ ਗੱਲਾਂ ਕਰਦੇ ਸੀ ਕਿ ਕਿਸਾਨਾਂ ਨੇ ਦਿੱਲੀ ਦੱਬ ਲਈ, ਹੁਣ ਗਵਰਨਮੈਂਟ ਨੂੰ ਮੰਨਣਾ ਹੀ ਪੈਣਾ। ਤੇ ਅੱਜ ਇਹ ਸੱਚ ਹੈ ਤੇ ਇਹ ਬੜਾ ਕਰੜਾ ਸੱਚ ਹੈ ਕਿ ਪਿੰਡਾਂ ਦੇ ਵਿੱਚ ਇਹ ਗੱਲਾਂ ਹੁੰਦੀਆਂ, TV ਚੈਨਲਾਂ ਤੇ ਡਿਬੇਟਾਂ ਹੁੰਦੀਆਂ ਕਿ ਹੁਣ ਤਾਂ ਧਰਨਾ ਜਿਹੜਾ ਉਹ ਠੰਡਾ ਪੈ ਗਿਆ। ਕਿਸਾਨ ਮੋਰਚੇ ਸੰਯੁਕਤ ਮੋਰਚੇ ਦੀ ਸਾਨੂੰ ਇਹ ਕਾਲ ਸੀ, 6 ਮਹੀਨੇ ਹੋ ਚੁੱਕੇ ਆ ਸਾਨੂੰ ਉੱਥੇ ਬੈਠਿਆਂ ਨੂੰ, ਤੇ 3 ਮਹੀਨੇ ਪੰਜਾਬ 'ਚ ਇੱਥੇ ਅਸੀਂ ਸੰਘਰਸ਼ ਕੀਤਾ। ਤਕਰੀਬਨ 8-9 ਮਹੀਨੇ ਦਾ ਜਿਹੜਾ ਵਕਫਾ ਹੈ ਉਹ ਲੰਘ ਚੁੱਕਿਆ। ਤੇ ਅੱਜ ਸਾਨੂੰ ਸੰਯੁਕਤ ਮੋਰਚੇ ਦੀ ਕਾਲ ਸੀ ਕਿ 6 ਮਹੀਨੇ ਪੂਰੇ ਹੋਣ ਤੇ ਅਸੀਂ ਰੋਸ ਦਿਵਸ ਮਨਾਉਣਾ ਹੈ। ਕਾਲੀਆਂ ਝੰਡੀਆਂ ਲਾ ਕੇ, ਕਾਲੀਆਂ ਪੱਗਾਂ ਬੰਨ੍ਹ ਕੇ ਤੇ ਕਾਲੇ ਕਾਰਾਂ ਦੇ ਉੱਤੇ ਕਾਲੀਆਂ ਝੰਡੀਆਂ ਲਾ ਕੇ ਜਿੱਥੇ ਵੀ ਜਿਹੜਾ ਜਿਹਦੇ ਕੋਲ ਸਾਧਨ ਹੈ ਉੱਥੇ ਗੌਰਮੈਂਟ ਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਕਰਨਾ ਕਿ ਜਿਹੜੇ ਲੰਬੇ ਸਮੇਂ ਤੋਂ ਸਾਡੇ ਭੈਣ ਭਰਾ ਦਿੱਲੀ ਕਿਸਾਨ ਧਰਨੇ ਤੇ ਬੈਠੇ ਆ ਉਹਨਾਂ ਦੀਆਂ ਮੰਗਾਂ ਤੇ ਗੌਰ ਕੀਤੀ ਜਾਵੇ। ਤੇ ਕਿਉਂ ਸਰਕਾਰ ਜਿਹੜੀ ਆ ਕਿਸਾਨਾਂ ਨੂੰ ਅਣਦੇਖਾ ਕਰ ਰਹੀ ਹੈ? ਇੰਨਾ ਲੰਬਾ ਸਮਾਂ ਕਿਉਂ ਇਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ? ਦੇਖੋ, ਇਹ ਗੌਰਮੈਂਟ ਦਾ ਬਹੁਤ ਵੱਡਾ ਫੇਲੀਅਰ ਹੈ। ਇਹ ਇਕੱਲਾ ਪੰਜਾਬ ਖੇਤੀ ਪ੍ਰਧਾਨ ਸੂਬਾ ਨਹੀਂ ਹੈਗਾ। ਭਾਰਤ ਹੈ ਜਿਹੜਾ ਉਹ ਬਹੁਤ ਵੱਡਾ ਹਿੱਸਾ ਖੇਤੀ ਤੇ ਨਿਰਭਰ ਕਰਦਾ ਹੈ। ਤੇ ਤੁਸੀਂ ਇਹ ਸੋਚ ਸਕਦੇ ਹੋ ਕਿ ਇਸ ਮੁਲਕ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਕਿਸਾਨੀ ਦੀ ਤੇ ਕਿਸਾਨਾਂ ਦੀ ਕਿੰਨੀ ਕੁ ਇੱਜ਼ਤ ਕਰਦਾ ਹੈ। ਥੋੜੇ ਦਿਨ ਪਹਿਲਾਂ ਕੋਵਿਡ 'ਚ ਜਿਹੜੇ ਸਾਡੇ ਭੈਣ ਭਰਾ ਸ਼ਹੀਦ ਹੋਏ ਆ, ਜਿਹੜੇ ਗਏ, ਜਿਨ੍ਹਾਂ ਨੇ ਜਾਨਾਂ ਗਵਾਈਆਂ ਨੇ, ਉਹਨਾਂ ਦੇ ਖਿਲਾਫ ਪ੍ਰਧਾਨ ਮੰਤਰੀ ਸਾਹਿਬ ਨੇ ਦੇਖਿਆ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਸਾਨੂੰ ਕੋਈ ਉਸ ਗੱਲ ਨਾਲ ਦੁੱਖ ਨਹੀਂ, ਅਸੀਂ ਵੀ ਹਮਦਰਦੀ ਪ੍ਰਗਟ ਕਰਦੇ ਹਾਂ ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਦੇ ਨੌਜਵਾਨ ਭੈਣ ਭਰਾ ਇਹ ਕੋਵਿਡ ਦੇ ਦੌਰ 'ਚ ਚਲੇ ਗਏ। ਪਰ ਸਾਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੁੰਦਾ ਹੈ ਕਿ ਜਿਹੜਾ ਕਿਸਾਨੀ ਪ੍ਰਧਾਨ ਦੇਸ਼ ਹੈ, 450 ਤੋਂ ਉੱਤੇ ਸ਼ਹਾਦਤਾਂ ਸਾਡੇ ਕਿਸਾਨ ਭੈਣ ਭਰਾਵਾਂ ਦੀਆਂ ਹੋ ਚੁੱਕੀਆਂ ਨੇ। ਇਸ ਧਰਨੇ 'ਚ ਕੋਈ ਐਡੀਆਂ ਕੁਰਬਾਨੀਆਂ ਨੇ ਸਾਡੇ ਭਰਾਵਾਂ ਦੀਆਂ, ਸਾਡੇ ਬਜ਼ੁਰਗਾਂ ਦੀਆਂ। ਗੌਰਮੈਂਟ ਨੇ ਐਡਾ ਤਸ਼ੱਦਦ ਕੀਤਾ, ਅਥਰੂ ਗੈਸ ਦੇ ਗੋਲੇ ਸਾਡੇ ਤੇ ਸਿੱਟੇ ਗਏ, ਗੰਦੇ ਪਾਣੀ ਦੀਆਂ ਵਿਛਾੜਾਂ ਮਾਰੀ ਗਈਆਂ, ਲਾਠੀ ਚਾਰਜ ਸਾਡੀਆਂ ਭੈਣਾਂ ਤੇ ਕੀਤੀ ਗਈ। ਪ੍ਰਧਾਨ ਮੰਤਰੀ ਨੇ ਅੱਜ ਤੱਕ ਉਹਨਾਂ ਦੇ ਖਿਲਾਫ ਇੱਕ ਵੀ ਸ਼ਬਦ ਐਦਾਂ ਦਾ ਨਹੀਂ ਬੋਲਿਆ, ਬਲਕਿ ਉਹ ਕਹਿੰਦੇ ਸੀ ਅਸੀਂ ਇੱਕ ਕਾਲ ਦੀ ਦੂਰੀ ਤੇ ਹਾਂ। ਸੋ ਗੌਰਮੈਂਟ ਦਾ ਇਹ ਬਹੁਤ ਵੱਡਾ ਫੇਲੀਅਰ ਹੈ। ਜੋ ਕਿਸਾਨਾਂ, ਅਸੀਂ ਤਾਂ ਆਪਦੀਆਂ ਮੰਗਾਂ ਲੈ ਕੇ ਉੱਥੇ ਗਏ ਹੋਏ ਹਾਂ, ਸੰਘਰਸ਼ ਲੰਬਾ ਪਾਇਆ ਗੌਰਮੈਂਟ ਨੇ, ਉਹ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ। ਪਰ ਅਸੀਂ ਵੀ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਆ ਤੁਸੀਂ ਸਰਗਰਮੀਆਂ ਦੇਖ ਹੀ ਸਕਦੇ ਹੋ। ਕੋਵਿਡ ਦਾ ਦੌਰ ਚੱਲਦੇ ਹੋਏ ਇੱਕ ਛੋਟੀ ਜਿਹੀ ਕਾਲ ਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਕਿਵੇਂ ਲੋਕ ਆਪ ਮੁਹਾਰੇ ਸੜਕਾਂ ਤੇ ਆਉਂਦੇ ਆ। ਜਦ ਤੱਕ ਗੌਰਮੈਂਟ ਸਾਡੀਆਂ ਮੰਗਾਂ ਨਹੀਂ ਮੰਨਦੀ, ਅਸੀਂ ਇਹ ਸੰਘਰਸ਼ ਜਿਹੜਾ ਜਾਰੀ ਰੱਖਾਂਗੇ, ਚਾਹੇ ਸਮਾਂ ਕਿੰਨਾ ਵੀ ਲੱਗ ਜਾਵੇ। ਸੰਘਰਸ਼ ਜਾਰੀ ਰੱਖਣ ਦੀ ਗੱਲ ਹੈ, ਪਰ ਜੇਕਰ ਅਸੀਂ ਕਾਲ ਦੀ ਗੱਲ ਕਰਦੇ ਹਾਂ, ਇੱਕ ਕਾਲ ਨਾ ਤਾਂ ਉੱਧਰੋਂ ਆਈ ਨਾ ਕਿਸਾਨਾਂ ਵੱਲੋਂ ਗਈ। ਕਿਸਾਨਾਂ ਵੱਲੋਂ ਚਿੱਠੀ ਜਾਂਦੀ ਹੈ, 25 ਤੱਕ ਦਾ ਸਮਾਂ ਤਾਂ ਜਾਂਦਾ, ਉਹਦਾ ਜਵਾਬ ਨਹੀਂ। ਬਾਈ ਜੀ, ਮੈਂ ਦੇਖੋ ਸਪਸ਼ਟ ਗੱਲ ਕਲੀਅਰ ਕਰਦਾ, ਨਾ ਤਾਂ ਮੇਰਾ ਕੋਈ ਧੜਾ ਹੈ, ਨਾ ਤਾਂ ਮੈਂ ਕਿਸੇ ਧੜੇ 'ਚ ਸ਼ਾਮਲ ਹੋਣਾ ਚਾਹੁੰਦਾ। ਮੈਂ ਪਹਿਲੇ ਦਿਨ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਤੇ ਸੰਯੁਕਤ ਮੋਰਚੇ ਦੇ ਨਾਲ ਖੜਾ। ਪਹਿਲੇ ਦਿਨ ਚੰਡੀਗੜ੍ਹ ਤੋਂ ਜਦੋਂ ਅਸੀਂ ਚੱਲੇ ਆ, ਅੱਜ ਜਦੋਂ ਪਿੰਡਾਂ 'ਚ ਜਾਂਦੇ ਆ ਤਾਂ ਨੌਜਵਾਨੀ ਸਾਨੂੰ ਇਹ ਸਵਾਲ ਕਰਦੀ ਹੈ ਕਿ ਦਿੱਲੀ ਤਾਂ ਜਾਈਏ, ਪਰ ਬਾਈ ਸਾਨੂੰ ਕੋਈ ਕਾਲ ਦੀ ਉਡੀਕ ਹੈ, ਸਾਨੂੰ ਕੋਈ ਐਸਾ ਪ੍ਰੋਗਰਾਮ ਲਿਖਿਆ ਜਾਵੇ। ਜਿਵੇਂ ਤੁਸੀਂ ਅੱਜ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਘਰਾਂ ਤੇ ਝੰਡੇ ਲਹਿਰਾਉਣੇ ਸੀ, ਤੁਸੀਂ ਇਕੱਠ ਆਪ ਮੁਹਾਰੇ ਦੇਖ ਸਕਦੇ ਹੋ। ਆਪਾਂ ਗੱਲ ਕਰ ਲੈਂਦੇ ਹਾਂ ਕੋਵਿਡ ਦੀ ਕਿ ਕੋਵਿਡ ਹੈ, ਗਾਈਡਲਾਈਨਾਂ ਨੇ, ਅਸੀਂ ਨਹੀਂ ਕੁਝ ਕਰ ਸਕਦੇ। ਕਿ ਕੋਵਿਡ ਹਰਿਆਣੇ 'ਚ ਨਹੀਂ ਹੈਗਾ ਜਿੱਥੇ BJP ਦੀ ਗੌਰਮੈਂਟ ਹੈ? ਤੁਸੀਂ ਕੱਲ੍ਹ ਦੇਖਿਆ ਕਿਵੇਂ 50,000 ਦੀ ਗਿਣਤੀ ਦਾ ਉੱਥੇ ਇਕੱਠ ਸੀ। ਪਰਸੋਂ ਮੈਂ ਦਿੱਲੀ ਤੋਂ ਆਇਆ, ਕੁੰਡਲੀ ਬਾਰਡਰ ਤੋਂ, ਉੱਥੇ 6,000 ਬੰਦੇ ਦਾ ਕਾਫਲਾ ਲੈ ਕੇ ਚੜੂਨੀ ਸਾਹਿਬ ਇਕੱਲੇ ਕਰਨਾਲ 'ਚੋਂ ਪਹੁੰਚੇ ਹੈ। ਸੋ ਸਾਡੀ ਜਥੇਬੰਦੀਆਂ ਨੂੰ ਇਹ ਅਪੀਲ ਹੈ, ਅਸੀਂ ਕੋਈ ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਨਹੀਂ ਚੱਕਦੇ, ਕੋਈ ਵੈਰ ਵਿਰੋਧਤਾ ਉਹਨਾਂ ਦੇ ਖਿਲਾਫ ਕੋਈ ਸਾਜ਼ਿਸ਼ ਨਹੀਂ ਸਾਡੀ। ਕਿਉਂਕਿ ਅੱਜ ਕੱਲ੍ਹ ਜੇ ਬੰਦਾ ਆਪਣੀ ਗੱਲ ਵੀ ਰੱਖੇ ਤਾਂ ਉਹਨੂੰ ਵੀ ਇਹ ਮੁੱਦਾ ਬਣਾ ਦਿੱਤਾ ਜਾਂਦਾ ਕਿ ਇਹ ਐਂਟੀ ਸਾਡੇ ਹੋ ਗਿਆ। ਤਾਂ ਸਾਡੀ ਹੱਥ ਬੰਨ੍ਹ ਕੇ ਅਪੀਲ ਹੈ ਕਿ ਪੰਜਾਬ ਦੀ ਨੌਜਵਾਨੀ ਤੇ ਕਿਸਾਨ ਭੈਣ ਭਾਈਚਾਰਾ ਜਥੇਬੰਦੀਆਂ ਤੋਂ ਇਹ ਆਸ ਕਰਦਾ ਕਿ ਜਥੇਬੰਦੀਆਂ, ਇਹ ਜਿਹੜੀ ਲਹਿਰ ਪੰਜਾਬ ਨੇ ਸ਼ੁਰੂ ਕੀਤੀ ਸੀ, ਜਿਹੜੀ ਲਹਿਰ ਦੀ ਅਗਵਾਈ ਪੰਜਾਬ ਨੇ ਕੀਤੀ ਸੀ, ਅੱਜ ਦੀ ਡੇਟ 'ਚ ਜਿਹੜੀ ਸਰਗਰਮੀ ਹੈ ਉਹ ਹਰਿਆਣੇ ਵਾਲੇ ਕਿਸਾਨ ਭਰਾਵਾਂ ਦੀ ਉੱਥੇ ਸਾਡੇ ਨਾਲੋਂ ਬਹੁਤ ਵੱਧ ਹੈ। ਤਾਂ ਪੰਜਾਬ ਦੀ ਨੌਜਵਾਨੀ ਨੂੰ ਵੀ ਕੋਈ ਐਸੀ ਕਾਲ ਤੁਸੀਂ ਜ਼ਰੂਰ ਹਫ਼ਤੇ ਬਾਅਦ, 10 ਦਿਨ ਬਾਅਦ ਦਿਆ ਕਰੋ, ਜਿਹਦੇ ਨਾਲ ਸਰਗਰਮੀ ਹੈ ਜਿਹੜੀ ਉਹ ਜਾਰੀ ਰਿਹਾ ਕਰੇ। ਤਾਂ ਜੋ ਨੌਜਵਾਨੀ ਜਦੋਂ ਲਹਿਰ 'ਚ ਕੋਈ ਕਾਲ ਨਹੀਂ ਆਉਂਦੀ, ਕੋਈ ਪ੍ਰੋਗਰਾਮ ਨਹੀਂ ਲਿਖਿਆ ਜਾਂਦਾ, ਤਾਂ ਠੰਡੀ ਪੈ ਜਾਂਦੀ ਹੈ। ਠੰਡੀ ਪੈਣ ਦੇ ਨਾਲ ਨਾ ਪੱਖੀ ਵਿਚਾਰਧਾਰਾ ਸਾਹਮਣੇ ਆਉਂਦੀ ਹੈ। ਜਿੱਦਾਂ ਇੱਕ ਐਗਜ਼ਾਮਪਲ ਦੀ ਤੌਰ ਤੇ ਜਦੋਂ ਅਸੀਂ ਦਿੱਲੀ ਗਏ ਸੀ
ਤਾਂ ਸਾਡੇ ਹੀ ਪਿੰਡਾਂ 'ਚ ਭੈਣ ਭਰਾ ਸੀ ਜਿਹੜੇ ਇਹ ਗੱਲਾਂ ਕਰਦੇ ਸੀ ਕਿ ਕਿਸਾਨਾਂ ਨੇ ਦਿੱਲੀ ਦੱਬ ਲਈ, ਹੁਣ ਗਵਰਨਮੈਂਟ ਨੂੰ ਮੰਨਣਾ ਹੀ ਪੈਣਾ। ਤੇ ਅੱਜ ਇਹ ਸੱਚ ਹੈ ਤੇ ਇਹ ਬੜਾ ਕਰੜਾ ਸੱਚ ਹੈ ਕਿ ਪਿੰਡਾਂ ਦੇ ਵਿੱਚ ਇਹ ਗੱਲਾਂ ਹੁੰਦੀਆਂ, ਟੀਵੀ ਚੈਨਲਾਂ ਤੇ ਡਿਬੇਟਾਂ ਹੁੰਦੀਆਂ ਕਿ ਹੁਣ ਤਾਂ ਧਰਨਾ ਜਿਹੜਾ ਉਹ ਠੰਡਾ ਪੈ ਗਿਆ। ਇਹ ਨਾ ਪੱਖੀ ਵਿਚਾਰਧਾਰਾ ਇੱਥੋਂ ਪੈਦਾ ਹੋਈ ਕਿ ਸਾਨੂੰ ਕੋਈ ਕਾਲ ਨਹੀਂ ਦਿੱਤੀ ਗਈ ਪਿਛਲੇ 3-4 ਮਹੀਨੇ ਤੋਂ। ਸੰਸਦ ਦੀ ਜਿਹੜੀ ਕਾਲ ਸੀਗੀ ਉਹ ਕੈਂਸਲ ਹੋ ਗਈ, ਅਸੀਂ ਮੰਨਦੇ ਹਾਂ, ਪਰ ਉਦੋਂ ਬਾਅਦ 'ਚ ਇੱਕ ਵੀ ਕਾਲ ਸੰਯੁਕਤ ਮੋਰਚੇ ਵੱਲੋਂ ਨਹੀਂ ਦਿੱਤੀ ਗਈ। ਸੋ ਸੰਯੁਕਤ ਮੋਰਚੇ ਨੂੰ ਬੇਨਤੀ ਕਰਦੇ ਹਾਂ, ਗਵਰਨਮੈਂਟ ਨੇ ਤਾਂ ਸਾਡੀ ਗੱਲ ਨਹੀਂ ਸੁਣਦੀ, ਕਿਉਂਕਿ ਅੱਗੇ ਯੂਪੀ ਦੀਆਂ ਇਲੈਕਸ਼ਨਾਂ ਆ ਜਾਣੀਆਂ ਨੇ, ਫਿਰ ਪੰਜਾਬ ਦੀਆਂ ਇਲੈਕਸ਼ਨਾਂ ਆ ਜਾਣੀਆਂ ਨੇ। ਤਾਂ ਤੁਹਾਨੂੰ ਹੋ ਸਕਦਾ ਕਰੋਨਾ ਸਾਲ ਚੱਲੇ, 2 ਸਾਲ ਚੱਲੇ, ਇਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਦੇ ਹੋਏ ਤੁਹਾਨੂੰ ਕੁਝ ਐਦਾਂ ਦੇ ਪ੍ਰੋਗਰਾਮ ਲੀਕਣੇ ਪੈਣੇ ਨੇ, ਚਾਹੇ ਉਹ ਪੰਜਾਬ 'ਚ ਚਾਹੇ ਉਹ ਦਿੱਲੀ, ਜਿਹਦੇ ਨਾਲ ਨੌਜਵਾਨੀ 'ਚ ਸਰਗਰਮੀ ਆਵੇ। ਜਿਸ ਤਰ੍ਹਾਂ ਦੇ ਵਿੱਚੋਂ ਤੁਰੇ ਸੀ ਤਾਂ ਇਹ ਕਿਹਾ ਜਾ ਰਿਹਾ ਸੀ ਕਿ 6 ਮਹੀਨੇ ਦੀ ਤਿਆਰੀਆਂ ਕਰਕੇ ਚੱਲੇ ਆ, ਅੱਜ 6 ਮਹੀਨੇ ਖਤਮ ਹੋ ਗਏ, ਅੱਗੇ ਦੀ ਤਿਆਰੀਆਂ ਕੀ? ਇਹ ਕੱਲਾ ਇੱਕ ਕਹਿਣ ਦੀ ਗੱਲ ਸੀ ਕਿ 6 ਮਹੀਨੇ ਦੀਆਂ ਤਿਆਰੀਆਂ ਕਰਕੇ ਚੱਲੇ ਆ, ਪਰ ਅਸੀਂ ਉੱਥੇ ਖੜ ਕੇ ਉਹਨਾਂ ਸਟੇਜਾਂ ਤੇ ਸੌਹਾਂ ਪਾਈਆਂ ਸੀ ਕਿ ਜਦੋਂ ਤੱਕ ਗਵਰਨਮੈਂਟ ਨਹੀਂ ਗੋਡੇ ਟੇਕ ਲੈਂਦੀ ਉਦੋਂ ਤੱਕ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਅਸੀਂ ਦਿੱਲੀ ਦੀਆਂ ਸਰਹੱਦਾਂ ਨੇ ਜਿਹੜੀਆਂ ਉਹ ਖਾਲੀ ਨਹੀਂ ਕਰਾਂਗੇ, ਲਗਾਤਾਰ ਅੱਗੇ ਵਧਾਂਗੇ। ਸੋ 6 ਮਹੀਨੇ ਤੋਂ ਹੋ ਸਕਦਾ ਅੱਗੇ ਵੀ ਸਮਾਂ ਲੱਗ ਜੇ, ਸਾਲ ਲੱਗ ਜੇ, 2 ਸਾਲ ਲੱਗ ਜੇ। ਜਦੋਂ ਅਸੀਂ ਰਕੇਸ਼ ਟਕੈਤ ਸਾਹਿਬ ਕੋਲ ਗਏ ਤਾਂ ਉਹਨਾਂ ਨੇ ਆਲਰੇਡੀ ਇਹ ਕਹਿਤਾ ਸੀ ਕਿ ਨਵੰਬਰ ਤੱਕ ਇਹ ਪ੍ਰੋਗਰਾਮ ਚੱਲੂਗਾ। ਸੋ ਨਵੰਬਰ ਤੱਕ ਦੀ ਸਾਡੀ ਫੁੱਲ ਤਿਆਰੀ ਹੈ, ਚਾਹੇ ਨਵੰਬਰ ਤੋਂ ਵੀ ਮਤਲਬ ਤਿਆਰੀ ਕੋਈ ਟਾਈਮ ਬਾਉਂਡ ਨਹੀਂ ਹੈਗਾ ਕਿ 6 ਮਹੀਨੇ 8 ਮਹੀਨੇ, ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਸਾਡਾ ਸੰਘਰਸ਼ ਹੈ ਉਹ ਜਾਰੀ ਰਹੂਗਾ। ਸਵਾਲ ਹੈ, ਕਿਸਾਨ ਅੰਦੋਲਨ ਚੱਲ ਰਿਹਾ, ਹਰਿਆਣੇ ਦੇ ਵੀ ਕਿਸਾਨ ਬਹੁਤ ਵੱਡੀ ਗਿਣਤੀ ਵਿੱਚ ਨੇ, ਪਰ ਅਡਾਨੀ ਦੇ ਗੋਦਾਮਾਂ ਦੇ ਵਿੱਚ ਵੀ ਹਰਿਆਣੇ ਦੇ ਕਿਸਾਨ ਅਨਾਜ ਲੈ ਕੇ। ਦੂਜੀ ਗੱਲ, ਕਿਸਾਨ ਨਿਧੀ ਯੋਜਨਾ ਆ, ਪੈਸੇ ਖਾਤਿਆਂ ਵਿੱਚ ਆ ਰਹੇ, ਕਿਸਾਨ ਫਾਇਦਾ ਲੈ ਰਹੇ ਨੇ। ਉਹ ਸਭ ਦੇ ਚੱਲਦੇ ਹੋਏ ਮੋਦੀ ਸਰਕਾਰ ਕਣਕ ਦੀ ਵਾਢੀ ਤੋਂ ਬਾਅਦ ਕਹਿੰਦੀ ਨਜ਼ਰ ਆਈ ਕਿ ਕਿਸਾਨ ਖੇਤੀ ਕਾਨੂੰਨਾਂ ਤੋਂ ਫਾਇਦੇਮੰਦ ਨੇ, ਲਾਭ ਮਿਲ ਰਿਹਾ ਆ, ਖੁਸ਼ ਨੇ ਕਿ ਆੜ੍ਹਤੀਆਂ ਨੇ ਜਾਂ ਵਿਚੋਲੀਆਂ ਵਿੱਚੋਂ ਕੱਢਿਆ ਗਿਆ, ਸਿੱਧੀ ਅਦਾਇਗੀ ਹੋ ਰਹੀ ਹੈ। ਨਹੀਂ ਦੇਖੋ, ਜੇ ਤਾਂ ਗਰਾਊਂਡ ਰਿਐਲਿਟੀ ਚੈੱਕ ਕਰੀਏ, ਪਿੰਡਾਂ 'ਚ ਜਾ ਕੇ, ਘਰਾਂ 'ਚ ਜਾ ਕੇ, ਜਿਨ੍ਹਾਂ ਦੀਆਂ ਜ਼ਮੀਨਾਂ ਤੇ ਲਿਮਟਾਂ ਨੇ, ਜਿਨ੍ਹਾਂ ਦੇ ਘਰ ਪਰਿਵਾਰ, ਸਾਡਾ ਆਪਦੀਆਂ ਖੁਦ ਦੀਆਂ ਜ਼ਮੀਨਾਂ ਤੇ ਲਿਮਟਾਂ ਨੇ, ਸਾਡਾ ਘਰ ਪਰਿਵਾਰ ਜੇ ਰੇਹੜੀਆਂ ਟਰਾਲੀ ਭਰਨੀ ਆ ਤਾਂ ਆੜ੍ਹਤੀ ਤੋਂ 20,000 ਫੜਨਾ ਹੈ, ਜੇ ਕੋਈ ਕੁਝ ਹੋਰ ਕਾਰਜ ਕਰਨਾ ਤਾਂ ਆੜ੍ਹਤੀ ਤੋਂ ਲੱਖ ਰੁਪਈਆ ਆੜ੍ਹਤੀ ਤੋਂ ਮੰਗਦੇ ਆ ਤਾਂ 50,000 ਤਾਂ ਉਹ ਦੇ ਕੇ ਹੀ ਤੋਰਦਾ ਹੈ। ਇਹ ਜਿਹੜੀ ਸਿੱਧੀ ਅਦਾਇਗੀ ਸਾਡੇ ਖਾਤਿਆਂ ਦੇ ਵਿੱਚ ਹੋਈ ਆ, ਇਹਨੇ ਸਾਡਾ ਜਿਹੜਾ ਆੜ੍ਹਤੀਆਂ ਨਾਲ ਰਿਸ਼ਤਾ ਹੈ ਇਹਨੂੰ ਬਹੁਤ ਵੱਡੇ ਪੱਧਰ ਤੇ ਡੈਮੇਜ ਕੀਤਾ ਹੈ ਤੇ ਪਿੰਡਾਂ 'ਚ ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੈ, ਕਿਉਂਕਿ ਆੜ੍ਹਤੀਆ ਕੱਲਾ ਆੜ੍ਹਤੀਆ ਨਹੀਂ, ਉਹ ਸਾਡੇ ਪਰਿਵਾਰ ਦਾ ਮੈਂਬਰ ਹੈ, ਸਾਡੇ ਦੁੱਖ ਸੁੱਖ 'ਚ ਖੜਦਾ ਹੈ। ਜਦੋਂ ਸਾਨੂੰ ਸਭ ਤੋਂ ਫਾਈਨੈਂਸ਼ਲੀ ਲੋੜ ਹੁੰਦੀ ਹੈ, ਜਦੋਂ ਕੋਈ ਵੀ ਨਹੀਂ ਖੜਦਾ ਤਾਂ ਉਦੋਂ ਉਹ ਆੜ੍ਹਤੀਆ ਖੜਦਾ ਹੈ। ਸੋ ਤਾਂ ਕਰਕੇ ਪਿੰਡਾਂ ਦੇ ਵਿੱਚ ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੈ, ਕਿਉਂਕਿ ਹੁਣ ਦੇਖੋ ਗਵਰਨਮੈਂਟ ਤਾਂ 3 ਕਾਲੇ ਕਾਨੂੰਨਾਂ ਨੂੰ ਵੀ ਇਹ ਗੱਲ ਕਹਿੰਦੀ ਹੈ ਕਿ ਇਹ ਕਿਸਾਨ ਦੇ ਪੱਖ 'ਚ ਨੇ। ਜੇ ਕਿਸਾਨ ਦੇ ਪੱਖ 'ਚ ਨੇ ਤਾਂ ਫਿਰ ਪੂਰਾ ਭਾਰਤ ਕਿਉਂ ਵਿਰੋਧ ਕਰ ਰਿਹਾ? ਸੋ ਗਵਰਨਮੈਂਟ ਇੱਕ ਪ੍ਰੋਪੋਗੰਡੇ ਦੇ ਅਧੀਨ ਇਹ ਪ੍ਰਚਾਰ ਕਰਦੀ ਹੈ। ਉਹ ਇੱਥੇ ਪੰਜਾਬ 'ਚ ਆਪਦੀ RSS ਦੀ ਸੈਨਾ ਜਾਂ BJP ਦਾ ਦਲ ਉਹ ਖੜਾ ਕਰਕੇ ਕਹਿ ਦੇਣਗੇ ਕਿ ਇਹ ਕਿਸਾਨ ਨੇ, ਪਰ ਉਹ ਸਾਰੇ ਨਕਲੀ ਕਿਸਾਨ ਨੇ। ਜਿਹੜਾ ਅਸਲੀ ਕਿਸਾਨ ਹੈ, ਜਿਹੜਾ ਭਾਰਤ ਦੀ ਕਿਸਾਨੀ ਨੂੰ ਸੰਬੋਧਨ ਕਰਦਾ ਹੈ, ਉਹ ਇਹਨਾਂ ਦੀ ਕਾਰਗੁਜ਼ਾਰੀਆਂ ਤੋਂ, ਸਿੱਧੀ ਅਦਾਇਗੀ ਤੋਂ, ਇਹ 3 ਕਾਲੇ ਕਾਨੂੰਨਾਂ ਤੋਂ ਅੱਜ ਵੀ ਦੁਖੀ ਹੈ ਤੇ ਕੱਲ ਵੀ ਦੁਖੀ ਸੀ ਤੇ ਇਹਨਾਂ ਦਾ ਵਿਰੋਧ ਡਟ ਕੇ ਕਰ ਰਿਹਾ। ਜਿਹੜੀ ਲਹਿਰ ਦੀ ਅਗਵਾਈ ਪੰਜਾਬ ਨੇ ਕੀਤੀ, ਜੋਗਿੰਦਰ ਗਰਾਹਾਂ ਜੀ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ, ਉਹ ਸਾਡੇ ਬੜੇ ਸਤਿਕਾਰਯੋਗ ਨੇ, ਉਹਨਾਂ ਦੀ ਬਹੁਤ ਵੱਡੀ ਜਥੇਬੰਦੀ ਹੈ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕੋਈ ਵੀ ਜਥੇਬੰਦੀ ਸਾਨੂੰ ਦਿੱਲੀ ਲੈ ਕੇ ਨਹੀਂ ਗਈ ਸੀ। ਦਿੱਲੀ ਜਥੇਬੰਦੀਆਂ ਪਿੱਛੋਂ ਪਹੁੰਚੀਆਂ ਸੀ ਤੇ ਪਹਿਲਾਂ ਨੌਜਵਾਨੀ ਨੇ ਬੈਰੀਗੇਡ ਪੱਟ ਕੇ ਸ਼ੰਭੂ ਮੋਰਚੇ ਤੋਂ ਅਸੀਂ ਉਸ ਗੱਲ ਦੀ ਗਵਾਹੀ ਭਰਦੇ ਹਾਂ। ਅਸੀਂ ਆਪ ਉੱਥੇ ਗਏ ਸੀ, ਜਥੇਬੰਦੀਆਂ ਵਾਲੇ ਵੱਧ ਚੁੱਕੇ ਸੀ, ਅਸੀਂ ਫਿਰ ਵੀ ਉਹਨਾਂ ਨੂੰ ਆਪਦੇ ਆਗੂ ਸਮਝਿਆ ਤੇ ਉਹਨਾਂ ਸੰਯੁਕਤ ਮੋਰਚੇ ਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਾਂ। ਤੁਸੀਂ ਇਹ ਦੇਖੋ ਕਿ ਕੋਵਿਡ ਦਾ ਦੌਰ ਚੱਲਦਾ, ਸਭ ਕੁਝ ਮੰਨਦੇ ਹਾਂ, ਜਿਹੜੇ ਧਰਨੇ ਤੇ ਲੱਖਾਂ ਦੀ ਗਿਣਤੀ 'ਚ ਇਕੱਠ ਸੀ ਤੇ ਅੱਜ ਉੱਥੇ ਗਿਣਤੀ ਹਜ਼ਾਰਾਂ ਦੀ ਰਹਿ ਗਈ ਤੇ ਇਹ ਆਉਣ ਵਾਲੇ 3 ਮਹੀਨੇ ਵੀ ਲੰਘੇ, ਜੇ ਅੱਜ 20,000 ਬੰਦਾ ਬੈਠਾ ਤਾਂ 10,000 ਰਹਿ ਜਾਊਗਾ, ਮੈਂ ਇਸ ਗੱਲ ਦੀ ਗਾਰੰਟੀ ਲੈਣਾ। ਇਹਦਾ ਵੱਡਾ ਕਾਰਨ ਇਹੀ ਆ, ਹੋ ਸਕਦਾ ਆਪਦੀ ਵਿਚਾਰਧਾਰਾ ਉਹ ਮੇਰੀ ਗੱਲ ਨਾਲ ਨਾ ਸਹਿਮਤ ਹੋਣ, ਪਰ ਪਿੰਡਾਂ 'ਚ ਆ ਕੇ ਦੇਖੋ ਨਾ, ਨੌਜਵਾਨੀ ਤੋਂ ਆ ਕੇ ਪੁੱਛੋ ਕਿ ਪਿੰਡਾਂ 'ਚ ਜਿਹੜੇ ਨੌਜਵਾਨ ਉੱਥੋਂ ਮੁੜ ਕੇ ਆਏ, ਅਸੀਂ ਲਗਾਤਾਰ ਪਿੰਡਾਂ 'ਚ ਜਾ ਰਹੇ ਹਾਂ, ਹੁਣ ਉਹਨਾਂ ਨੂੰ ਪੁੱਛਦੇ ਹਾਂ ਕਿ ਬਾਈ ਤੁਸੀਂ ਕਿਉਂ ਮੁੜ ਕੇ ਆਏ ਹੋ। ਈਵਨ ਕਿ ਮੈਂ ਦਿੱਲੀ ਜਾ ਕੇ ਜਿਹੜੇ ਉੱਥੇ ਬੈਠੇ ਆ ਉਹਨਾਂ ਨੂੰ ਵੀ ਪੁੱਛਿਆ, ਉਹ ਵੀ ਇਹ ਗੱਲ ਕਹਿੰਦੇ ਆ ਕਿ ਬਾਈ ਜੀ ਸਾਡੇ ਕੋਲ ਇੱਥੇ ਸਰਗਰਮੀ ਦੀ ਘਾਟ ਹੈ। ਠੀਕ ਹੈ, ਲੀਡਰ ਆ ਕੇ ਵਿਚਾਰ ਵਟਾਂਦਰਾ ਕਰਦੇ ਆ, ਗੱਲਬਾਤ ਕਰਦੇ ਆ, ਪਰ ਜਿਵੇਂ ਅੱਜ ਦੀ ਕਾਲ ਹੈ, ਇੱਕ ਪੂਰੇ ਪੰਜਾਬ 'ਚ ਸਰਗਰਮੀ ਆ, ਆਪਾਂ ਦੁਬਾਰੇ ਸਿਰ ਜੋੜੇ ਆ, ਇਕੱਠ ਕੀਤਾ, ਤਾਂ ਕੋਈ ਨਾ ਕੋਈ ਤਾਂ ਜਿਹੜਾ ਰਾਹ ਉਹ ਅਪਣਾਉਣਾ ਚਾਹੀਦਾ ਨਾ ਕੋਈ ਤਾਂ ਪ੍ਰੋਗਰਾਮ। ਲਹਿਰਾਂ ਚੱਲਦੀਆਂ ਕਿਹਦੇ ਨਾਲ ਨੇ? ਪ੍ਰੋਗਰਾਮ ਨਾਲ। ਹੁਣ ਸੁਣ ਲਓ, ਇੱਕ ਧਰਨਾ ਕਿਹਨੂੰ ਕਹਿੰਦੇ ਆ? ਅੱਜ ਅਸੀਂ ਇੱਥੇ ਆ, ਚਲੋ ਕੋਵਿਡ ਦੇ ਦੌਰ ਕਰਕੇ ਅਸੀਂ ਇੱਥੇ ਉਵੇਂ ਰੋਡ ਨਹੀਂ ਰੋਕੇ, ਪਰ ਜਿਹੜਾ ਦਿੱਲੀ ਦੀਆਂ ਸਰਹੱਦਾਂ ਤੇ ਅਸੀਂ ਬੈਠੇ ਆਂ ਤਾਂ ਰੋਡ ਰੋਕ ਕੇ ਬੈਠੇ ਆਂ। ਉੱਥੇ ਇੱਕ ਵੱਡਾ ਸਵਾਲ ਸਾਡਿਆਂ ਭਰਾਵਾਂ ਵੱਲੋਂ ਇਹ ਵੀ ਆਉਂਦਾ ਹੈ ਕਿ ਜਿਹੜਾ ਉਹ ਰੋਡ ਸੰਯੁਕਤ ਮੋਰਚੇ ਵੱਲੋਂ ਚਾਲੂ ਕਰ ਦਿੱਤਾ ਗਿਆ, ਕਿੰਨੀ ਤੇਜ਼ ਟ੍ਰੈਫਿਕ ਲੰਘਦੀ ਹੈ।
ਉਹਨਾਂ ਦੀਆਂ ਲੱਕੜ ਦੀਆਂ ਛੰਨਾਂ ਨੇ, ਰਾਤ ਨੂੰ ਸ਼ਰਾਬ ਪੀ ਕੇ ਲੋਕ ਗੱਡੀਆਂ ਚਲਾਉਂਦੇ ਆ। ਜੇ ਕੋਈ ਉੱਥੇ ਹੈਪਨ ਵਰਤ ਗਿਆ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ? ਸਭ ਤੋਂ ਵੱਡਾ ਜਿਹੜਾ ਸਵਾਲ ਆ ਰਿਹਾ ਇੱਕ ਉਹ ਰੋਡ ਬੰਦ ਕਰਾਉਣਾ, ਤੇ ਇੱਕ ਨੌਜਵਾਨੀ ਵੱਡੇ ਪੱਧਰ ਤੇ ਇਹ ਕਹਿ ਰਹੀ ਆ ਕਿ KMP ਵੱਡੇ ਪੱਧਰ ਤੇ ਰੋਕੀਏ ਤੇ ਜ਼ਿਲ੍ਹੇ ਜਿਹੜੀਆਂ ਜੇ ਦਿੱਲੀ ਦੇ ਵਿੱਚ ਨਹੀਂ ਵੜ ਸਕਦੇ ਤਾਂ ਜਿਹੜੀਆਂ ਦਿੱਲੀ ਦੀਆਂ ਐਂਟਰੀਆਂ ਨੇ ਅਸੀਂ ਉਹਨਾਂ ਨੂੰ ਬੈਨ ਕਰੀਏ, ਉਹਨਾਂ ਦੇ ਆ ਕੇ ਆਪਣਾ ਹਫ਼ਤੇ ਬਾਅਦ 2-2 ਘੰਟੇ ਲਈ ਰੋਕੀਏ, ਪਰ ਰੋਕੀ ਆਪਣੀ ਮੌਜੂਦਗੀ ਜ਼ਰੂਰ ਦਰਜ ਕਰਾਈਏ ਕਿ ਅਸੀਂ ਇੱਥੇ ਮੌਜੂਦ ਹਾਂ, ਅਸੀਂ ਅੱਜ ਵੀ ਲਹਿਰ 'ਚ ਹਾਂ। ਹੁਣ ਉੱਥੇ ਬੈਠੇ ਹਾਂ, ਬਹੁਤ ਵੱਡੇ ਪੱਧਰ ਦੇ ਨੌਜਵਾਨੀ ਵਾਪਸ ਲਗਾਤਾਰ ਬਾਈ ਜੀ ਆਪਦੇ ਏਰੀਏ 'ਚ ਹਰ ਇੱਕ ਬੰਦਾ ਸਰਗਰਮ ਹੈ। ਸਾਨੂੰ ਪਿਛਲੇ ਹਫ਼ਤੇ ਤੋਂ ਅਸੀਂ ਹੋਕਾ ਅਭਿਆਨ ਚਲਾਇਆ ਹੋਇਆ ਹੈ, ਅਸੀਂ ਲਗਾਤਾਰ ਪਿੰਡਾਂ 'ਚ ਜਾ ਰਹੇ ਹਾਂ ਕਿ ਦੁਬਾਰੇ ਆਪਾਂ ਧਰਨੇ ਨੂੰ ਸਰਗਰਮ ਕਰੀਏ, ਉੱਥੇ ਦੁਬਾਰੇ ਆਪਣੀ ਹਾਜ਼ਰੀ ਆ ਜਿਹੜੀ ਭਰੀਏ, ਚਾਹੇ ਕਿਸੇ ਤੋਂ 2 ਦਿਨ ਲੱਗਦੇ ਆ 4 ਦਿਨ ਲੱਗਦੇ ਆ। ਸੋ ਜਿਹਦੇ ਤੋਂ ਜਿੰਨਾ ਹੁੰਦਾ ਹੈ ਉਹ ਕਰ ਰਿਹਾ ਹੈ, ਇਹ ਇੱਕ ਵਧੀਆ ਚੀਜ਼ ਹੈ। ਹੋ ਸਕਦਾ ਵਿਚਾਰਧਾਰਾ ਤੁਹਾਡੀ ਨਹੀਂ, ਕਈ ਵਾਰੀ ਪਰਿਵਾਰ 'ਚ ਵੀ 4 ਮੈਂਬਰ ਹੁੰਦੇ ਆ, ਨਹੀਂ ਸੇਮ ਹੁੰਦੀ, ਪਰ ਜਿਹੜਾ ਕਿਸਾਨੀ ਸੰਘਰਸ਼ ਨੂੰ ਰੱਦ ਕਰਾਉਣ ਦੇ ਨਾਲ ਘਰੋਂ ਨਿਕਲਿਆ ਅਸੀਂ ਉਹਦੇ ਸਹਿਯੋਗੀ ਹਾਂ, ਅਸੀਂ ਉਹਦਾ ਧੰਨਵਾਦ ਕਰਦੇ ਹਾਂ ਤੇ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਹਾਂ। ਅੱਜ ਦੀ ਡੇਟ 'ਚ ਵੀ ਇਹ ਜਿਹੜੇ ਬਖੇਵੇਂ ਖੜੇ ਹੋ ਗਏ 26 ਤਰੀਕ ਤੋਂ ਬਾਅਦ, ਜਿਹੜਾ ਸਾਡਾ ਮੇਨ ਮੁੱਦਾ ਸੀ ਕਿਤੇ ਨਾ ਕਿਤੇ ਉਹ ਥੱਲੇ ਆ ਗਿਆ। ਸਿੱਖ ਵਰਸਸ ਕਾਮਰੇਡ ਹੋ ਗਿਆ, ਨੌਜਵਾਨੀ 'ਚ ਬਹੁਤ ਪਾੜ ਪੈ ਗਏ। ਇਹ ਜਦੋਂ ਤੱਕ ਇੱਕ ਪਲੇਟਫਾਰਮ ਤੇ ਇੱਕ ਮੰਚ ਤੇ ਆ ਕੇ ਸਿਰ ਜੋੜ ਕੇ ਨਹੀਂ ਚੱਲਦੇ, ਇਹਨਾਂ ਸਾਰਿਆਂ ਦੇ ਸਮਰਥਕ ਇੱਕ ਸਿਰ ਜੋੜ ਕੇ ਨਹੀਂ ਦਿੱਲੀ ਪਹੁੰਚਦੇ, ਮੈਨੂੰ ਲੱਗਦਾ ਉਦੋਂ ਤੱਕ ਜਿਹੜਾ ਹੱਲ ਹੈ ਉਹ ਕਿਤੇ ਨਾ ਕਿਤੇ ਉਹ 'ਚ ਕੋਈ ਨਾ ਕੋਈ ਕਾਣ ਜ਼ਰੂਰ ਰਹੂਗੀ। ਸੋ ਏਕੇ ਦੀ ਲੋੜ ਹੈ ਤੇ ਪ੍ਰੋਗਰਾਮਾਂ ਦੀ। ਇਹ ਇਕੱਲਾ ਮੇਰਾ ਕਹਿਣਾ ਨਹੀਂ, ਇਹ ਪਿੰਡਾਂ 'ਚ ਨੌਜਵਾਨੀ ਦਾ ਤੇ ਕਿਸਾਨ ਭਰਾਵਾਂ ਦਾ ਕਹਿਣਾ ਕਿ ਸਾਨੂੰ ਪ੍ਰੋਗਰਾਮ ਚਾਹੀਦਾ ਹੈ, ਕਿਉਂਕਿ ਪਹਿਲਾਂ ਜਿਹੜੇ ਪ੍ਰੋਗਰਾਮ ਹੋਏ ਨੇ ਤੁਸੀਂ ਦੇਖਿਆ ਕਿ ਕਿਵੇਂ ਪੰਜਾਬ ਨੇ ਆਪਣੀ ਮੌਜੂਦਗੀ ਦਰਜ ਕਰਾਈ ਹੈ। ਹੁਣ ਜੇ ਆਪਾਂ ਕਹਿ ਦਿੰਦੇ ਆ ਕਿ ਜਥੇਬੰਦੀ ਕਹਿ ਰਹੀ ਆ ਜੇ ਕੋਈ ਵੱਡਾ ਪ੍ਰੋਗਰਾਮ ਮੰਗਦੇ ਆ ਤਾਂ ਫਿਰ ਹਰਿਆਣੇ ਦੇ ਜਿਹੜੇ ਕਿਸਾਨ ਨੇ, ਚੜੂਨੀ ਸਾਹਿਬ ਵੀ ਸੰਯੁਕਤ ਮੋਰਚੇ ਦਾ ਹਿੱਸਾ ਨੇ, ਲਗਾਤਾਰ ਕਦੇ 10,000 ਬੰਦਾ ਜਾਂਦਾ ਹੈ, ਕਦੇ 6,000 ਬੰਦਾ ਜਾਂਦਾ ਹੈ, ਤਾਂ ਉਹ ਵੀ ਇੱਕ ਵੱਡਾ ਪ੍ਰੋਗਰਾਮ ਲਿਖ ਕੇ ਜਾਂਦੇ ਆ। ਕੱਲ 50,000 ਦੀ ਗਿਣਤੀ 'ਚ ਇਕੱਠ ਸੀ, ਉੱਥੇ ਸਾਡੇ ਟਕੈਤ ਸਾਹਿਬ ਵੀ ਸੀ, ਰਾਜੇਵਾਲ ਸਾਹਿਬ ਵੀ ਸੀ, ਤਾਂ ਫਿਰ ਉਹ 50,000 ਦਾ ਇਕੱਠ ਹੈ, ਉਹ ਵੀ ਸਾਡੇ ਧਰਨੇ ਦਾ ਹਿੱਸਾ ਹੀ ਹੈ ਨਾ। ਤਾਂ ਫਿਰ ਜੇ ਹਰਿਆਣਾ ਕਰ ਸਕਦਾ ਫਿਰ ਪੰਜਾਬ ਕਿਉਂ ਨਹੀਂ ਕਰ ਸਕਦਾ? ਬਾਈ ਜੀ ਦੇਖੋ, ਇਹ ਸਾਡੇ ਨਾ ਸਮਾਜ 'ਚ ਤੇ ਸਾਡੀ ਕੌਮ ਦਾ ਇਹ ਸਭ ਤੋਂ ਵੱਡਾ ਇੱਕ ਫਾਲਟ ਰਿਹਾ, ਡਾਊਨਫਾਲ ਰਿਹਾ। ਇਹ ਤਰਾਸਦੀ ਹੈ ਇਸ ਕੌਮ ਦੀ ਕਿ ਕਦੋਂ ਕੋਈ ਵੀ ਬੰਦਾ ਜੇ ਆ ਕੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜਦਾ ਤਾਂ ਸਾਡਾ ਉਹਦੇ ਤੇ ਕਿੰਤੂ ਪਰੰਤੂ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ। ਸਾਡੀ ਰੋਟੀ ਹਜਮ ਨਹੀਂ ਹੁੰਦੀ ਜਦੋਂ ਤੱਕ ਅਸੀਂ ਉਹਦੇ ਤੇ ਸਵਾਲ ਨਾ ਚੱਕੀਏ। ਅੱਜ ਜੇ ਕੋਈ ਬੰਦਾ ਇਹ ਗੱਲ ਕਹਿ ਰਿਹਾ ਹੈ ਕਿ ਕਲਾਕਾਰਾਂ ਦੀ ਜਿਹੜੀ ਕਾਰਗੁਜ਼ਾਰੀ ਇਸ ਧਰਨੇ ਦੇ ਵਿੱਚ ਹੋਈ ਹੈ ਉਹ ਸਵਾਲੀਆ ਚਿੰਨ੍ਹ ਤੇ ਹੈ, ਅਸੀਂ ਤਾਂ ਆਪਦੇ ਆਪ ਨੂੰ ਮੰਨਦੇ ਹੀ ਨਹੀਂ ਕਿ ਅਸੀਂ ਇਸ ਧਰਨੇ ਲਈ ਕੁਝ ਕੀਤਾ ਹੈ। ਪਰ ਜੇ ਮੈਂ ਅੱਜ ਇਹ ਮੈਨੂੰ ਵੀ ਬੜਾ ਦੁੱਖ ਲੱਗਿਆ ਜਦੋਂ ਉਸ ਵੀਰ ਨੇ ਬੋਲਿਆ ਕਿ ਕਲਾਕਾਰਾਂ ਦੇ ਪਿੱਛੇ ਨਾ ਲੱਗੋ, ਤਾਂ ਬਾਈ ਜੀ ਜਦੋਂ ਇਹ ਧਰਨਾ ਜਦੋਂ ਦਾ ਚੱਲ ਰਿਹਾ ਤੁਸੀਂ ਸਾਰੇ ਜਣੇ ਬਖੂਬੀ, ਸਾਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ। ਜੇ ਮੈਂ ਅੱਜ ਇਹ ਗੱਲ ਮੈਂ ਦੱਸਣੀ ਨਹੀਂ ਚਾਹੁੰਦਾ ਸੀ ਕੈਮਰਿਆਂ ਤੇ, ਜੇ ਮੈਂ ਅੱਜ ਆਪਣੀ ਪਰਸਨਲ ਗੱਲ ਦੱਸਦੇ ਹਾਂ, ਜਦਾਂ ਇਹ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤਕਰੀਬਨ 8 ਮਹੀਨੇ ਹੋਏ ਆ, ਮੇਰਾ ਕੋਈ ਵੀ ਕਮਰਸ਼ੀਅਲ ਗਾਣਾ ਨਹੀਂ ਆਇਆ, ਜਦਕਿ ਅੱਜ ਸਾਡੇ ਕਮਰਸ਼ੀਅਲ ਗਾਣਿਆਂ ਦੀ 40-40 50-50 ਲੱਖ ਰੇਟ ਹੈ। ਕਰੋੜਾਂ ਰੁਪਏ ਅਸੀਂ ਅੰਦਰ ਕਰ ਸਕਦੇ ਹਾਂ ਤੇ ਆਪਦੀ ਮੌਜੂਦਗੀ ਵੀ ਦਰਜ ਕਰਾ ਸਕਦੇ ਹਾਂ ਧਰਨਿਆਂ ਤੇ। ਪਰ ਅਸੀਂ ਇਹ ਸੌਹਾਂ ਖਾਧੀਆਂ ਨੇ ਕਿ ਸਾਡੇ ਕਿਸਾਨ ਭੈਣ ਭਰਾ ਸਾਨੂੰ ਇਹ ਡਿਮਾਂਡ ਕਰਦੇ ਆ ਕਿ ਕਿਸਾਨੀ ਵਾਲੇ ਗੀਤ ਲਗਾਤਾਰ ਕੱਢ ਰਹੇ ਆ, ਪਿਛਲੇ ਦਿਨਾਂ 'ਚ ਵੀ ਕੀਤਾ, ਲਗਾਤਾਰ ਪਿੰਡਾਂ 'ਚ ਵੀ ਜਾ ਰਹੇ ਆ। ਪ੍ਰਸ਼ਾਸਨ ਦਾ ਬਹੁਤ ਪ੍ਰੈਸ਼ਰ ਆ ਰਿਹਾ, ਕਿਸੇ ਦੀ ਗੱਲ ਅੱਗੇ ਆ ਜਾਂਦੀ ਹੈ, ਕੋਈ ਗੱਲ ਅੱਗੇ ਨਹੀਂ ਲੈ ਕੇ ਆਉਂਦਾ, ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੂੰ ਪ੍ਰਸ਼ਾਸਨ ਤੰਗ ਨਹੀਂ ਕਰਦਾ। ਬਹੁਤ ਤਸ਼ੱਦਦ ਪ੍ਰਸ਼ਾਸਨ ਦਾ ਸਾਡੇ ਤੇ ਰਿਹਾ, ਪਰ ਲਗਾਤਾਰ ਇਹ ਸੌਹਾਂ ਖਾ ਕੇ ਘਰੋਂ ਨਿਕਲੇ ਕਿ ਜਦੋਂ ਤੱਕ ਧਰਨਾ ਚੱਲੂਗਾ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਜੇ ਫਿਰ ਵੀ ਕੋਈ ਬੰਦਾ ਇਹ ਸਵਾਲ ਕਰਦਾ ਹੈ ਕਿ ਕਲਾਕਾਰਾਂ ਦੀ ਬਾਹਲਾ ਪਿੱਛੇ ਨਾ ਲੱਗੋ ਜਾਂ ਕਲਾਕਾਰਾਂ ਨੇ ਤਾਂ ਆਪਣੇ ਘਰਾਂ 'ਚ ਵੜ ਜਾਣਾ, ਤਾਂ ਫਿਰ ਉਹਦੀ ਸੋਚ ਹੈ ਜਿਹੜੀ ਉਹਨੂੰ ਮੁਬਾਰਕ ਹੈ। ਕਲਾਕਾਰ ਭਾਈਚਾਰੇ ਵੱਲੋਂ, ਕੱਲਾ ਮੈਂ ਨਹੀਂ, ਸਾਰਾ ਸਾਡਾ ਸੰਯੁਕਤ ਭਾਈਚਾਰਾ, ਮੈਂ ਇੱਥੇ ਇਹ ਦਾਅਵਾ ਕਹਿਣਾ ਹੈ ਕਿ ਜਦੋਂ ਕੋਈ ਵੀ ਕਾਲ ਅਗਲਾ ਮੋਰਚਾ ਸਾਨੂੰ ਦਊਗਾ ਜਾਂ ਕੋਈ ਵੀ ਪ੍ਰੋਗਰਾਮ ਐਸਾ ਲਿਖੂਗਾ ਤਾਂ ਸਾਡੀ ਸਾਰੀ ਇੰਡਸਟਰੀ ਆਪਣੇ ਕੰਮ ਛੱਡ ਕੇ ਜਿੱਦਾਂ ਪਹਿਲਾਂ ਆ ਕੇ ਖੜੀ ਸੀ ਉਵੇਂ ਅੱਜ ਆ ਕੇ ਨਾਲ ਖੜ ਜੂਗੀ। ਦੇਖੋ, ਪਾਰਲੀਮੈਂਟ ਦਾ ਮਾਰਚ ਮੁੱਦਾ ਨਹੀਂ ਹੈਗਾ, ਸਾਨੂੰ ਮੁੱਦਾ ਸਾਡਾ ਇਹ ਹੈ ਕਿ ਸਾਨੂੰ ਕੋਈ ਨਾ ਕੋਈ ਪ੍ਰੋਗਰਾਮ ਲਿਖਣਾ ਚਾਹੀਦਾ, ਪ੍ਰੋਗਰਾਮ ਲਿਖਣਾ ਚਾਹੀਦਾ। ਕੋਵਿਡ ਕਰਕੇ ਪਾਰਲੀਮੈਂਟ ਦਾ ਆਪਾਂ ਕੈਂਸਲ ਵੀ ਕਰ ਸਕਦੇ ਹਾਂ, ਤਾਂ ਪਾਰਲੀਮੈਂਟ ਤੋਂ ਬਿਨਾਂ ਵੀ ਹੋਰ ਬੜੇ ਪ੍ਰੋਗਰਾਮ ਨੇ ਜਿਹੜੇ ਇਹ ਕੋਵਿਡ ਨੂੰ ਧਿਆਨ 'ਚ ਰੱਖ ਕੇ ਵੀ ਉਲੀਕੇ ਜਾ ਸਕਦੇ ਆ। ਜਿਵੇਂ ਅੱਜ ਦਾ ਪ੍ਰੋਗਰਾਮ ਹੈ, ਕੋਵਿਡ ਤਾਂ ਅੱਜ ਵੀ ਹੈ, ਹਰਿਆਣੇ ਦਾ ਮੈਂ ਜ਼ਿਕਰ ਕੀਤਾ ਕਿ ਨਾਲ ਹਰਿਆਣਾ ਹੈ, ਉੱਥੇ ਲਗਾਤਾਰ ਸਰਗਰਮੀਆਂ ਨੇ, ਚਾਹੇ ਉਹ ਆਪਦੇ ਸੂਬੇ 'ਚ ਕਰਦੇ ਆ, ਚਾਹੇ ਦਿੱਲੀ ਨੂੰ ਕਾਫਲੇ ਲੈ ਕੇ ਜਾਂਦੇ ਆ। ਪਾਰਲੀਮੈਂਟ ਹਲੇ ਨਾ ਵੀ ਘੇਰੀਏ 2 ਮਹੀਨੇ, ਤਾਂ ਅਸੀਂ ਇੱਥੋਂ ਕਾਫਲੇ ਦਾ ਲੈ ਕੇ ਜਾ ਹੀ ਸਕਦੇ ਹਾਂ।